ਜਿਹੜੀ ਪਾਰਟੀਆਂ ਬਾਰੇ ਹੁਣ ਇੱਥੇ ਗੱਲ ਹੋਈ ਹੈ, ਜੇ ਅਸੀਂ ਵਿਨਰਜੀਤ ਜੀ ਕੋਲ ਜਾਈਏ ਤਾਂ ਵਿਨਰਜੀਤ ਜੀ ਇਹ ਦੋ ਉੱਗੇ ਪੱਤਰਕਾਰ ਜਿਹੜੇ ਨੇ ਦਿਨੇਸ਼ ਸ਼ਰਮਾ ਤੇ ਜਗਦੀਸ਼ ਚੰਦਰਾ, ਦੋ ਉੱਗੇ ਪੱਤਰਕਾਰਾਂ ਨੇ ਜਿਹੜੇ ਪੁਆਇੰਟਸ ਕੇ ਤੁਸੀਂ ਉਹਨਾਂ ਤੇ ਕੀ ਰਿਐਕਸ਼ਨ ਦੇਣਾ ਚਾਹੋਗੇ? ਮੈਂ ਕੁਝ ਗੱਲਾਂ ਉਹਨਾਂ ਨੇ ਬੜੀਆਂ ਸਹੀ ਵੀ ਕਹੀਆਂ ਨੇ, ਕੁਝ ਚੀਜ਼ਾਂ ਦੇ ਵਿੱਚ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ 'ਚ ਕੋਈ ਦੋ ਰਾਏ ਨਹੀਂ। ਉਹਨਾਂ ਨੇ ਚੰਦਰਾ ਸਾਹਿਬ ਨੇ ਵੀ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਿਹੜੇ ਨੇ ਉਹਨਾਂ ਦੀ ਜਿਹੜੀ ਗਵਰਨੈਂਸ ਕੰਟਰੋਲ ਹੈ ਜਾਂ ਹੋਰ ਹੈ ਉਹ ਸਿਸਟਮ ਸਾਰਾ ਪਤਾ ਹੈ, ਸਭ ਨੂੰ ਪਤਾ ਹੈ ਕਿ ਕਿਵੇਂ ਕੀਤਾ, ਪਰੰਤੂ 10 ਸਾਲ ਜਿਹੜਾ ਹੈ 10 ਸਾਲ ਦਾ ਰਾਜ ਕਰਨਾ ਜਿਹੜਾ ਹੈ 10 ਸਾਲ ਸੇਵਾ ਕਰਨੀ ਜਿਹੜੀ ਹੈ ਅਸੀਂ ਪੰਜਾਬ ਦੀ ਕੀਤੀ ਹੈ ਤਾਂ ਉੱਥੇ ਐਂਟੀ ਇਨਕੰਬੈਂਸੀ ਕਿਤੇ ਨਾ ਕਿਤੇ ਆ ਜਾਂਦੀ ਹੈ। ਸੋ ਲੋਕਾਂ ਦੇ ਜਦੋਂ ਅਸੀਂ ਮੈਂ ਪਹਿਲਾਂ ਵੀ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿ ਜਦੋਂ ਇੱਕ ਪਰਿਵਾਰ ਚਲਾਉਂਦੇ ਹਾਂ ਅਸੀਂ ਤਾਂ ਪਰਿਵਾਰ ਦੇ ਵਿੱਚ ਵੀ ਇਹੋ ਜਿਹੀਆਂ ਕਈ ਚੀਜ਼ਾਂ ਆ ਜਾਂਦੀਆਂ ਨੇ ਕਿ ਅਸੀਂ ਆਪਣੇ ਪਰਿਵਾਰ ਨੂੰ ਸਹੀ ਨਹੀਂ ਰੱਖ ਸਕਦੇ। ਸੋ ਇੱਥੇ ਬਹੁਤ ਵੱਡਾ ਪੰਜਾਬ ਹੈ ਤੇ ਪੰਜਾਬ ਦੇ ਲੋਕ ਇੱਕ ਜਿਹੜੇ ਨੇ ਉਹ ਹਮੇਸ਼ਾ ਚੇਂਜ ਚਾਹੁੰਦੇ ਨੇ। ਆਲ ਦਾ ਟਾਈਮ ਉਹਨਾਂ ਨੂੰ ਇਹ ਹੁੰਦਾ ਕਿ ਕੋਈ ਨਾ ਕੋਈ ਨਵੀਂ ਚੀਜ਼ ਜਿਹੜੀ ਹੈ ਉਹ ਡਿਵੈਲਪਮੈਂਟ ਹੋਵੇ। ਬਾਕੀ ਸਟੇਟਸ ਨਾਲੋਂ ਪੰਜਾਬ ਦਾ ਟੋਟਲੀ ਡਿਫਰੈਂਟ ਸਿਨੈਰੀਓ ਹੈ, ਪੰਜਾਬ ਦੇ ਲੋਕਾਂ ਦਾ ਡਿਫਰੈਂਟ ਸੋਚ ਹੈ, ਬਹੁਤ ਅਗਾਂਹ ਵਧੂ ਨੇ ਤੇ ਪੰਜਾਬ ਦੇ ਲੋਕਾਂ ਨੇ ਇਸ ਚੀਜ਼ ਨੂੰ ਸੋਚ ਕੇ ਹੀ ਜਿਹੜਾ ਇਹ ਚੇਂਜ ਲਿਆਂਦੀ ਹੈ। ਤੇ ਅਸੀਂ ਇਸ ਗੱਲ ਦਾ ਜਨਤਾ ਦੇ ਜੋ ਅਸੀਂ ਕਿਹਾ, ਪਰੰਤੂ ਇੱਕ ਚੀਜ਼ ਮੈਂ ਇੱਥੇ ਮੈਂ ਕਲੀਅਰ ਕਰਨੀ ਚਾਹੁੰਦਾ ਦਿਨੇਸ਼ ਜੀ, ਤੁਸੀਂ ਬੈਠੇ ਹੋ ਕਿ ਜਦੋਂ ਸ਼ੁਰੂਆਤੀ ਆਪਾਂ ਕੀਤਾ ਸੀ ਜਾਂ ਜਿਹੜੇ ਟ੍ਰੈਂਡ ਸੀ ਜਿਹੜੇ ਆਪਾਂ ਓਪੀਨੀਅਨ ਪੋਲ ਜਾਂ ਐਗਜ਼ਿਟ ਪੋਲ ਦੀ ਗੱਲ ਕਰਦੇ ਸੀ, ਤੁਸੀਂ ਦੇਖੋ ਤਾਂ ਟੋਟਲੀ ਉਲਟ ਹੈ ਇਹ ਚੀਜ਼। ਜਿਹੜੇ ਕਹਿੰਦੇ ਸੀ ਕਿ 4 ਤੋਂ 7 ਸੀਟਾਂ ਜਾਂ ਹੋਰ ਹੈ, ਪਰੰਤੂ ਠੀਕ ਹੈ 10 ਸਾਲ ਦਾ ਕੰਮ ਕੀਤਾ ਸੀ, ਆਪਣੀ ਸੇਵਾ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਸਰਕਾਰ ਹੈ ਉਹਦਾ ਵੀ ਅਸੀਂ ਇਸ ਗੱਲ ਦਾ ਸਮर्थन करांगे ते हमेशा सपोर्ट करांगे। गोल्डी जी, हम आपको ये बता दें कि जो ये एग्जिट पोल का जो आंकड़ा था, जी मीडिया, जी पंजाब, हरियाणा, हिमाचल एग्जिट पोल नहीं करता, बल्कि जो न्यूज चैनल है, बाकी न्यूज चैनल है और एजेंसीज ने, विभिन्न एजेंसीज ने जो एग्जिट पोल किए थे वही आंकड़ा, वही तस्वीर हमने आपके सामने रखी थी। जोशी जी, ये जो बात हो रही थी कि अगर भारतीय जनता पार्टी अलग से जाती तो फायदा उसका ज्यादा होता भारतीय जनता पार्टी को। देखिए कि जब केंद्र का चुनाव, उसके बाद हरियाणा का चुनाव और उसके बाद ये सब वातावरण बना, अभी जगदीश जी ने ये बात बोली भी है और ये बात वातावरण बना भी है, लेकिन हमारे लिए इम्पोर्टेंट क्या था? हमारे लिए इम्पोर्टेंट है पंजाब की पीस एंड हार्मनी जी। अब आप देखिए दिनेश जी, ध्यान से देखिए कि 84 के कत्लेआम के बाद पूरे देश के अंदर एक सिख जिसे कि कभी सेवियर बचाने वाला माना जाता था, उसको बुरी नजर से देखना शुरू कर दिया, टेररिस्ट की नजर से देखना शुरू कर दिया। ये तो मदन लाल खुराना जी की सरकार बनी दिल्ली में तो उन्होंने पुलिस को इंस्ट्रक्शन जारी की कि आपने सिखों की गाड़ियां जान के नहीं रोकनी है। तो कहने का भाव ये कि जब हमारा उस वातावरण में जब हमारा अलायंस बना और जब हमारा पहली सरकार रही 2002 तक, फिर 2007 से 17 तक, इस अलायंस ने सिखों को मुख्य धारा में दोबारा सम्मिलित किया, उनका मान सम्मान बहाल किया। तो हमारे लिए चुनौती थी पंजाब को साथ रखना, भाईचारे को मेंटेन रखना। तो भारतीय जनता पार्टी वो पार्टी है जिसके लिए राष्ट्रहित, नेशन फर्स्ट है। तो इसलिए उस परिप्रेक्ष्य में ये हमारा जो अलायंस है वो कंटिन्यू किया और ये आगे भी करेगा, क्योंकि आगे भी पंजाब अभी इतना अभी वो ठीक नहीं हुआ, अभी वॉलेटाइल है। जैसे आम आदमी पार्टी ने एक खालिस्तानी एलिमेंट के साथ जाकर पंजाब में माहौल खराब करने की जो कोशिश की, ऐसा नहीं है। पंजाब में अभी भी थोड़ा लंबा चलना पड़ेगा और ये अलायंस जो है ये नेचुरल अलायंस है। ये अलायंस सत्ता का अलायंस नहीं है, सत्ता का भूख अलायंस नहीं है, ये देश हित में अलायंस है। जी मेरा ये कहना है, पहले दो बातें मैं कहना चाहता हूँ। तो गोल्डी जी ने कहा आई एब्सोल्युटली ਜਿਹਨੂੰ ਕਹਿੰਦੇ ਮੈਂ ਬਿਲਕੁਲ ਗੋਲਡੀ ਜੀ ਨੂੰ ਐਗਰੀ ਕਰਦਾ ਉਹਨਾਂ ਦੀ ਗੱਲ ਦੇ ਨਾਲ ਕਿ 10 ਸਾਲ ਹੋ ਗਏ ਸੀਗੇ, ਐਂਟੀ ਫੈਕਟਰ ਆਂਦਾ ਹੈਗਾ, ਉਹ ਫੈਕਟਰ ਆਇਆ, ਪੰਜਾਬ ਦੀ ਸੇਵਾ ਕੀਤੀ, ਕੋਈ ਗੱਲ ਨਹੀਂ। ਇਹ ਸਪੋਰਟਸਮੈਨ ਸਪਿਰਿਟ ਹੈਗੀ, आई एप्रीशिएट दिस स्पोर्ट्समैन स्पिरिट। ऐसे सामने चलो, राज आंदा जांदा है, ਹੁਣ ਅਪੋਜੀਸ਼ਨ 'ਚ ਰਹਿ ਕੇ ਕੰਸਟਰਕਟਿਵ ਅਪੋਜੀਸ਼ਨ ਦਾ ਰੋਲ ਪਲੇ ਕਰੋ ਸਰਕਾਰ ਨਾਲ ਕਿ ਅਲਟੀਮੇਟਲੀ ਅਸੀਂ ਸਾਰਿਆਂ ਮਿਲ ਕੇ ਪੰਜਾਬ ਬਣਾਉਣਾ ਹੈਗਾ, ਇੱਕ ਨਵਾਂ ਪੰਜਾਬ ਬਣਾਉਣਾ ਹੈਗਾ, ਚਾਹੇ ਨਸ਼ਾ ਮੁਕਤ ਪੰਜਾਬ ਹੈਗਾ, ਚਾਹੇ ਕਰਪਸ਼ਨ ਮੁਕਤ ਪੰਜਾਬ ਹੈਗਾ, ਚਾਹੇ ਡਿਵੈਲਪਮੈਂਟ ਪੰਜਾਬ ਹੈਗਾ, ਹੋਰ ਕੋਈ ਪੰਜਾਬ ਹੈਗਾ, ਅਸੀਂ ਪੰਜਾਬ ਬਣਾਉਣਾ, ਚਾਹੇ ਇਨਵੈਸਟਮੈਂਟ ਦਾ ਪੰਜਾਬ ਹੈਗਾ। आई एप्रीशिएट गोल्डी सेंटीमेंट कि नाउ लेट्स जॉइन हैंड्स टू बिल्ड अप ए न्यू पंजाब। ਤੇ ਜੀ ਮੀਡੀਆ ਹਮੇਸ਼ਾ ਤੁਹਾਡੇ ਨਾਲ ਖੜਾ ਮਿਲੇਗਾ। ਦੂਜੀ ਜਿਹੜੀ ਗੱਲ ਕੀਤੀ ਇਹਨਾਂ ਨੇ ਕਿ ਬੀਜੇਪੀ ਸਾਡਾ ਨੈਚੁਰਲ ਅਲਾਇੰਸ ਹੈਗਾ, ਉਹ ਤੁਹਾਡੀ ਗੱਲ ਠੀਕ ਹੈਗੀ। ਨੈਚੁਰਲ ਅਲਾਇੰਸ ਦਾ ਤੁਹਾਨੂੰ ਇੱਕ ਫਾਇਦਾ ਇਹ ਵੀ ਮਿਲ ਰਿਹਾ ਹੈਗਾ ਕਿ ਸਭ ਤੋਂ ਵੱਡੀ ਗੱਲ ਇਹ ਦੇਖਣ ਵਾਲੀ ਹੈਗੀ ਅਗਲੇ ਇੱਕ ਹਫ਼ਤੇ ਦੇ ਅੰਦਰ ਕਿ ਕੈਪਟਨ ਸਾਹਿਬ ਜਿਹੜੇ ਹੈਗੇ ਕੋਈ ਇਨਕੁਆਇਰੀ ਕਮਿਸ਼ਨ ਬਿਠਾਉਂਦੇ ਜਾਂ ਨਹੀਂ ਬਿਠਾਉਂਦੇ। ਆਮ ਤੌਰ ਤੇ ਕੀ ਹੁੰਦਾ, ਸਰਕਾਰ ਬਦਲਦੀ ਹੈਗੀ ਤੇ ਪਿਛਲੇ ਸਰਕਾਰ ਦੇ ਸਾਰੇ ਫੈਸਲੇ ਸਰਕਾਰ ਰਿਵਿਊ ਕਰਦੀ ਹੈਗੀ। ਲੋਕੀ ਕਹਿੰਦੇ 6 ਮਹੀਨੇ ਪਹਿਲੇ ਜਿਹੜੇ ਫੈਸਲੇ ਹੋਏ ਸਾਰੇ ਰਿਵਿਊ ਕਰੋ, ਫਿਰ ਕਦੇ ਕੋਈ ਕਮੇਟੀ ਬਣਾਉਂਦੇ ਕਿ ਜੱਜ ਨੂੰ ਬਿਠਾ ਦਿੰਦੇ ਹੈਗੇ, ਵੈਂਡੇਟਾ ਹੁੰਦਾ ਹੈ, ਵੈਂਡੇਟਾ ਨਹੀਂ ਵੀ ਹੁੰਦਾ। ਤਾਂ ਉਹ ਦੇਖਣ ਦੀ ਗੱਲ ਇਹ ਹੈਗੀ ਕਿ ਕੈਪਟਨ ਸਾਹਿਬ ਕੋਈ ਵੈਂਡੇਟਾ ਜਾਂ ਕਦਮ ਤਾਂ ਨਹੀਂ ਉਠਾਉਂਦੇ। ਇੱਕ ਗੱਲ, ਹਾਲਾਂਕਿ ਉਹਨਾਂ ਨੇ ਪਿਛਲੇ ਦਿਨ ਕਿਹਾ ਸੀਗਾ ਕਿ ਮੈਂ ਕੋਈ ਵੈਂਡੇਟਾ ਨਹੀਂ ਕਰਾਂਗਾ, ਮੈਂ ਮੇਰਾ ਰੂਲ ਕਰਾਂਗਾ, ਹੋਇਆ ਸੋ ਹੋਇਆ। ਇਹ ਦੇਖਣ ਦੀ ਗੱਲ ਹੈਗੀ।
ਦੂਜਾ ਜਗ੍ਹਾ ਤੁਸੀਂ ਕਹਿ ਰਹੇ ਹੋ ਨੈਚੁਰਲ ਅਲਾਈਅੰਸ ਹੈਗਾ, ਇਹ ਬਿਲਕੁਲ ਠੀਕ ਹੈ, ਤੁਹਾਨੂੰ ਹਲੇ ਫਾਇਦਾ ਹੈਗਾ ਇਹਨਾਂ ਦੇ ਨਾਲ ਖੜੇ ਹੋ ਕੇ, ਅਕਾਲੀਆਂ ਨੂੰ ਵੀ ਫਾਇਦਾ ਹੈਗਾ ਇਨ ਵੇ। ਕਮਿਸ਼ਨ ਵਿਸ਼ਨ ਬੈਠਣਗੇ, ਸੈਂਟਰਲ ਏਜੰਸੀਆਂ ਕਈ ਵਾਰ ਇਨਵੋਲਵ ਹੋ ਜਾਂਦਾ, ਈਡੀ ਇਨਵੋਲਵ ਹੋ ਜਾਂਦਾ ਹੈਗਾ, ਸੀਬੀਆਈ ਇਨਵੋਲਵ ਹੋ ਜਾਂਦੀ ਹੈਗੀ, ਸੈਂਟਰ ਤੁਹਾਡੀ ਸਰਕਾਰ ਹੈਗੀ, ਤਾਂ ਅਕਾਲੀਆਂ ਵਾਸਤੇ ਪੁਆਇੰਟ ਆਫ ਕੰਸੋਲੇਸ਼ਨ ਹੈਗਾ ਇਨ ਵੇ। ਇਹ ਤਾਂ ਆਲ ਪੋਲਿਟਿਕਸ ਦਾ ਪਾਰਟ ਹੈਗਾ। ਤਾਂ ਬਰੋਡਲੀ ਆਈ ਐਗਰੀ ਵਿਦ ਗੋਲਡੀ ਜੀ ਐਂਡ ਵਿਦ ਯੂ, ਗੋ ਹੈਡ जी।